Students, in this video, we will learn about the ear. Ear is a sense organ and it performs two functions. One is of hearing. ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਨੂੰ ਕੰਨਾਂ ਦੇ ਨਾਲ ਸੁਣਦਾ ਹੈ. But the another very important function of the ear is to maintain the body balance. ਆਪਾਂ ਤੁਰਦੇ ਆਪਾਂ ਡਿੱਗਦੇ ਨਹੀਂ, ਸਿੱਧੇ ਸਿੱਧੇ ਤੁਰਦੇ ਆਪਾਂ. So ear performs this function to maintain the body balance. ਜੇ ਆਪਾਂ ਵੈਸੇ ਈਅਰ ਨੂੰ ਸਟੱਡੀ ਕਰਨਾ ਹੋਵੇ ਤਾਂ ਆਪਾਂ ਈਅਰ ਦੇ ਤਿੰਨ ਪਾਰਟਸ ਬਣਾ ਲੈਂਦੇ ਹਾਂ. ਵੀ ਹੈਵ ਦੀ ਆਊਟਰ ਈਅਰ, ਮਿਡਲ ਈਅਰ ਐਂਡ ਦੀ ਇਨਰ ਈਅਰ. So students, this is the diagram of the ear. Let me tell you the names and the position of the different parts of the ear. ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਵੀ ਹੈਵ ਦੀ ਆਊਟਰ ਈਅਰ, ਦੀ ਮਿਡਲ ਈਅਰ ਐਂਡ ਦੀ ਇਨਰ ਈਅਰ. ਪਹਿਲਾਂ ਆਪਾਂ ਗੱਲ ਕਰਦੇ ਹਾਂ ਆਊਟਰ ਈਅਰ ਦੀ. ਜਿਹੜਾ ਬਾਹਰ ਆਪਾਂ ਨੂੰ ਦਿਸਦਾ ਹੈ ਇਹ ਕੀ ਹੈ? ਆਊਟਰ ਈਅਰ. ਇਹਨੂੰ ਆਪਾਂ ਕਹਿੰਦੇ ਹਾਂ ਪਿੰਨਾ, ਰਾਈਟ. ਫਿਰ ਉਸ ਤੋਂ ਬਾਅਦ ਆਉਂਦੀ ਹੈ ਆਡੀਟਰੀ ਕਨਾਲ, ਠੀਕ ਹੈ, ਜਿੱਥੇ ਵੈਕਸ ਹੁੰਦੀ ਹੈ ਆਪਾਂ ਸਾਫ਼ ਕਰਦੇ ਹਾਂ. ਦੈਟ ਇਜ਼ ਦੀ ਐਕਸਟਰਨਲ ਆਡੀਟਰੀ ਕਨਾਲ. ਤਾਂ ਦੋ ਜਿਹੜਾ ਆਊਟਰ ਈਅਰ ਹੈ ਉਹਦੇ ਦੋ ਪਾਰਟਸ ਹੈ ਅੱਗੇ, ਪਿੰਨਾ ਐਂਡ ਦੀ ਐਕਸਟਰਨਲ ਆਡੀਟਰੀ ਕਨਾਲ. ਉਸ ਤੋਂ ਬਾਅਦ ਆਉਂਦੀ ਹੈ ਬੇਟੇ ਟਿੰਪੈਨਿਕ ਮੈਂਬਰੇਨ. ਟਿੰਪੈਨਿਕ ਮੈਂਬਰੇਨ ਉਹ ਜਗ੍ਹਾ ਹੈ ਜਿੱਥੇ ਆਊਟਰ ਈਅਰ ਅਤੇ ਮਿਡਲ ਈਅਰ ਇਕੱਠੇ ਹੁੰਦੇ ਆ, ਠੀਕ ਹੈ. ਟਿੰਪੈਨਿਕ ਮੈਂਬਰੇਨ ਇੱਕ ਪਰਤ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਈਅਰ ਡਰਮ ਜਾਂ ਪਰਦਾ ਕਹਿੰਦੇ ਹਾਂ ਆਪਾਂ, ਕੰਨ ਦਾ ਪਰਦਾ, ਰਾਈਟ. ਤਾਂ ਜਿੱਥੇ ਟਿੰਪੈਨਿਕ ਮੈਂਬਰੇਨ ਹੈ ਉੱਥੇ ਉਦੋਂ ਇੱਧਰਲੇ ਪਾਸੇ ਤਾਂ ਸੀਗਾ ਆਊਟਰ ਈਅਰ ਅਤੇ ਉਦੋਂ ਅੰਦਰਲੇ ਪਾਸੇ ਉੱਥੇ ਹੈਗਾ ਮਿਡਲ ਈਅਰ. ਉਹ ਪਾਰਟ ਕੀ ਹੈ? ਮਿਡਲ ਈਅਰ. ਦੋਨਾਂ ਨੂੰ ਅਲੱਗ-ਅਲੱਗ ਕਰਦੀ ਹੈ ਇਹ, ਆਊਟਰ ਨੂੰ ਅਤੇ ਆਊਟਰ ਈਅਰ ਨੂੰ ਅਤੇ ਮਿਡਲ ਈਅਰ ਨੂੰ ਅਲੱਗ-ਅਲੱਗ ਕਰਦੀ ਹੈ ਟਿੰਪੈਨਿਕ ਮੈਂਬਰੇਨ ਦੀ ਈਅਰ ਡਰਮ, ਜਿਹੜਾ ਪਰਦਾ ਜਿਹਨੂੰ ਆਪਾਂ ਕਹਿੰਦੇ ਹਾਂ. ਸੋ ਟਿੰਪੈਨਿਕ ਮੈਂਬਰੇਨ ਹੈ ਜਿਹੜੀ ਉਹ ਮਿਡਲ ਈਅਰ ਦਾ ਪਾਰਟ ਹੈ. ਉਸ ਤੋਂ ਬਾਅਦ ਬੇਟੇ ਮਿਡਲ ਈਅਰ ਦੇ ਵਿੱਚ ਤਿੰਨ ਬੋਨਸ ਹੈ, ਮੇਲਸ, ਇਨਕਸ, ਸਟੇਪਸ. ਇਹ ਤਿੰਨੋਂ ਬੋਨਸ ਨੂੰ ਇਕੱਠੇ ਆਪਾਂ ਕਹਿੰਦੇ ਹਾਂ ਈਅਰ ਓਸੀਕਲਸ. ਈਅਰ ਓਸੀਕਲਸ ਐਂਡ ਦੇ ਆਰ ਪ੍ਰੈਜੈਂਟ ਇਨ ਦਾ ਮਿਡਲ ਈਅਰ, ਰਾਈਟ. ਉਸ ਤੋਂ ਬਾਅਦ ਬੇਟੇ ਇੱਕ ਕੋਇਲਡ ਸਟਰਕਚਰ, ਜਿਵੇਂ ਸਨੇਲ ਹੁੰਦੀ ਆ, ਦੇਖੋ ਤੁਸੀਂ ਦੇਖ ਸਕਦੇ ਹੋ ਇੱਕ ਕੋਇਲਡ ਸਟਰਕਚਰ ਪਿਆ ਵਿਚ ਇਜ਼ ਕੋਲਡ ਦੀ ਕੋਕਲੀਆ ਐਂਡ ਇਟ ਇਜ਼ ਦੀ ਪਾਰਟ ਆਫ ਦੀ ਇਨਰ ਈਅਰ. ਅੰਦਰ ਨੂੰ ਜਾਈ ਜਾਂਦੇ ਆ, ਇੱਥੋਂ ਬਾਹਰੋਂ ਕੰਨ ਸੀ ਆਪਣਾ ਆਊਟਰ, ਫਿਰ ਮਿਡਲ ਈਅਰ ਅਤੇ ਆਹ ਇਨਰ ਈਅਰ ਜਿਹਦਾ ਪਾਰਟ ਹੈ ਕੋਕਲੀਆ. ਕੋਕਲੀਆ ਅਤੇ ਬੇਟੇ ਕੋਕਲੀਆ 'ਚੋਂ ਨਿਕਲਦੀ ਹੈ ਕੋਕਲੀਅਰ ਨਰਵ. ਮਤਲਬ ਇਹ ਨਰਵ ਜਿਹੜੇ ਸਿਗਨਲਸ ਹੈ ਆਵਾਜ਼ ਦੇ ਉਹਨਾਂ ਨੂੰ ਬ੍ਰੇਨ ਤੱਕ ਲੈ ਕੇ ਜਾਂਦੀ ਹੈ. ਸੋ ਆਪਾਂ ਇਹਨਾਂ ਪਾਰਟਸ ਬਾਰੇ ਸਟੱਡੀ ਕਰਨਾ ਹੈ. ਵੀ ਵਿਲ ਟਾਕ ਅਬਾਊਟ ਦੀ ਆਊਟਰ ਈਅਰ. ਆਊਟਰ ਈਅਰ ਦੇ ਦੋ ਪਾਰਟਸ ਹੈ, ਪਿੰਨਾ ਐਂਡ ਦੀ ਐਕਸਟਰਨਲ ਆਡੀਟਰੀ ਕਨਾਲ. ਦੈਨ ਵੀ ਵਿਲ ਟਾਕ ਅਬਾਊਟ ਦੀ ਮਿਡਲ ਈਅਰ. ਮਿਡਲ ਈਅਰ 'ਚ ਟਿੰਪੈਨਿਕ ਮੈਂਬਰੇਨ ਐਂਡ ਦੀ ਈਅਰ ਓਸੀਕਲਸ, ਜਿਹਦੇ ਅੱਗੇ ਬੋਨਸ ਹੈ ਮੇਲੀਅਸ, ਇਨਕਸ, ਸਟੇਪਸ. ਐਂਡ ਦੇਰ ਇਜ਼ ਅ ਓਵਲ ਵਿੰਡੋ. ਓਵਲ ਵਿੰਡੋ ਹੈ ਇੱਥੇ ਜਿਹਦੇ ਵਿੱਚ ਸਟੇਪਸ ਪਿਆ, ਰਾਈਟ. ਦੈਨ ਵੀ ਹੈਵ ਦੀ ਇਨ ਦੀ ਮਿਡਲ ਈਅਰ ਵੀ ਹੈਵ ਦੀ ਯੂਸਟੇਸ਼ੀਅਨ tube. We have the eustachian tube also. It helps in maintaining the balance. ਆਪਾਂ ਡਿੱਗਦੇ ਨਹੀਂ, ਠੀਕ ਹੈ. This eustachian tube ਜਿਹੜੀ ਆ tube ਹੈ, eustachian tube which is present in the middle part of the ear. It helps in maintaining the balance, ਠੀਕ ਹੈ. ਆਊਟਰ ਈਅਰ ਦੇ ਦੋ ਪਾਰਟਸ, ਪਿੰਨਾ, ਐਕਸਟਰਨਲ ਆਡੀਟਰੀ ਕਨਾਲ. ਮਿਡਲ ਈਅਰ ਦੇ ਟਿੰਪੈਨਿਕ ਮੈਂਬਰੇਨ, ਈਅਰ ਓਸੀਕਲਸ ਐਂਡ eustachian tube. inner ear ch cochlea which is a coiled snail like structure and we have the cochlear nerve. ਇਹਨਾਂ ਪਾਰਟਸ ਬਾਰੇ ਮੈਂ one by one ਤੁਹਾਨੂੰ ਐਕਸਪਲੇਨ ਕਰੂੰਗੀ. ਸੋ ਸਟੂਡੈਂਟਸ, ਦੀ ਫਸਟ ਪਾਰਟ ਆਫ ਦੀ ਈਅਰ ਇਜ਼ ਦੀ ਆਊਟਰ ਈਅਰ. ਇਹਦਾ ਕੰਮ ਹੈ ਆਪਾਂ ਜਿਹੜਾ ਬਾਹਰੋਂ ਜਿਹੜਾ ਆਪਣਾ ਕੰਨ ਹੈ, ਠੀਕ ਹੈ, ਇਹਦਾ ਕੰਮ ਕੀ ਹੈ? ਟੂ ਗੈਦਰ ਸਾਊਂਡ. ਇਟ ਜਿਹੜੀਆਂ ਵੇਵਸ ਹੈ ਸਾਊਂਡ ਦੀਆਂ, ਵੇਵਸ ਆਪਾਂ ਬੋਲਦੇ ਹਾਂ, ਵੇਵਸ ਦੇ ਰਾਹੀਂ ਆਪਣੇ ਕੰਨ ਵਿੱਚ ਪੈਂਦੀ ਹੈ. ਮੈਂ ਬੋਲ ਰਹੀ ਹਾਂ ਤੁਹਾਡੇ ਕੰਨ ਦੇ ਵਿੱਚ ਵੇਵਸ ਰਾਹੀਂ ਸਾਊਂਡ ਟਰੈਵਲ ਕਰ ਰਹੀ ਹੈ, ਮੂਵ ਕਰ ਰਹੀ ਹੈ. ਤਾਂ ਇਹ ਪਿੰਨਾ ਦਾ ਕੀ ਕੰਮ ਹੈ? ਜਿਹੜਾ ਆਊਟਰ ਈਅਰ ਦਾ ਜਿਹੜਾ ਪਾਰਟ ਹੈ ਪਿੰਨਾ,
ਇਹਦਾ ਕੰਮ ਹੈ ਵੀ ਜਿਹੜੀਆਂ ਵਾਈਬ੍ਰੇਸ਼ਨਸ ਆਈਆਂ ਸਾਊਂਡ ਦੀਆਂ, ਠੀਕ ਹੈ, ਉਹਨਾਂ ਨੂੰ ਕੈਚ ਕਰਨਾ ਅਤੇ ਉਹਨਾਂ ਨੂੰ ਅੰਦਰ ਵੱਲ ਭੇਜਣਾ, ਠੀਕ ਹੈ। ਦਿਸ ਇਜ਼ ਦੀ ਰੋਲ ਆਫ ਦੀ ਪਿੰਨਾ। ਇਟ ਕਲੈਕਟਸ ਦੀ ਵਾਈਬ੍ਰੇਸ਼ਨਸ ਇਨ ਦੀ ਏਅਰ ਵਿਚ ਪ੍ਰੋਡਿਊਸਿਸ ਸਾਊਂਡ, ਅਤੇ ਉਹਨੂੰ ਅੱਗੇ ਪਾਸ ਕਰਦੇ ਹੈ, ਠੀਕ ਹੈ। ਅੱਗੇ ਜਿਹੜੀ ਕਨਾਲ ਦੇ ਰਾਹੀਂ, ਜਿਹੜੀ ਪਾਈਪ ਦੇ ਰਾਹੀਂ, ਜਿਹੜੀ ਟਿਊਬ ਦੇ ਰਾਹੀਂ ਆਵਾਜ਼ ਅੰਦਰ ਜਾਣੀ ਹੈ ਬਾਹਰਲੇ ਕੰਨ ਤੋਂ, ਦੈਟ ਇਜ਼ ਕੋਲਡ ਦੀ ਐਕਸਟਰਨਲ ਆਡੀਟਰੀ ਮੀਟਸ ਔਰ ਦੀ ਕਨਾਲ। ਇਹਦੇ ਵਿੱਚ ਵੈਕਸ ਸਕ੍ਰੀਟਿੰਗ ਗਲੈਂਡਸ ਹੁੰਦੇ ਆ, ਆਪਾਂ ਸਾਫ਼ ਕਰਦੇ ਹਾਂ ਵੈਕਸ, ਹੈ ਨਾ, ਤਾਂ ਕਿ ਜਿਹੜੀ ਮਿੱਟੀ ਘੱਟ ਹੈ ਉਹ ਆਪਣੇ ਕੰਨ ਦੇ ਅੰਦਰ ਨਾ ਜਾਵੇ, ਉੱਥੇ ਸਟਿਕ ਕਰ ਜੇ, ਜਿਵੇਂ ਆਪਾਂ ਨੋਜ਼ 'ਚ ਕੀਤਾ ਸੀ। ਵੀ ਹੈਵ ਦੀ ਹੇਅਰਸ ਆਲਸੋ ਇਨ ਦੀ ਐਕਸਟਰਨਲ ਆਡੀਟਰੀ ਮੀਟਰਸ, ਤਾਂ ਕਿ ਜਿਹੜੀ ਡਸਟ ਪਾਰਟੀਕਲਸ ਹੈ ਜਾਂ ਹੋਰ ਕੁਛ ਵੀ ਆਪਣੇ ਕੰਨ ਦੇ ਅੰਦਰ ਨਾ ਜਾਵੇ। ਕਹਿੰਦਾ ਜਿਹੜੇ ਐਕਸਟਰਨਲ ਆਡੀਟਰੀ ਮੀਟਰਸ ਹੈ ਇਹ ਅੱਗੇ ਕਿੱਥੋਂ ਤੱਕ ਜਾਂਦਾ ਹੈ, ਟਿੰਪੈਨਿਕ ਮੈਂਬਰੇਨ, ਈਅਰ ਡਰਮ ਜਿਹੜਾ ਪਰਦਾ ਹੈ, ਠੀਕ ਹੈ। ਕੀ ਹੁੰਦਾ, ਪਿੰਨਾਂ ਨੇ ਆਵਾਜ਼ ਕੈਚ ਕੀਤੀ, ਸਾਊਂਡ ਵੇਵਸ ਇਕੱਠੀਆਂ ਕੀਤੀਆਂ, ਉਹਨੂੰ ਜਿਹੜਾ ਹੈ ਐਕਸਟਰਨਲ ਆਡੀਟਰੀ ਮੀਟਰਸ ਦੇ ਰਾਹੀਂ ਉਹ ਅੱਗੇ ਗਿਆ ਟੂ ਦਾ ਟਿੰਪੈਨੀਅਨ ਮੈਂਬਰੇਨ। ਉਹ ਜਿਹੜੀ ਆਵਾਜ਼ ਹੈ ਨਾ ਟਿੰਪੈਨੀਅਨ ਮੈਂਬਰੇਨ 'ਤੇ ਜਾ ਕੇ ਡਮ ਡਮ ਕਰਦੀ ਹੈ। ਇਟ ਹਿਟਸ ਦੀ ਟਿੰਪੈਨੀਅਨ ਮੈਂਬਰੇਨ। ਜਦੋਂ ਉਹ ਡਮ ਡਮ ਕਰਦੀ ਹੈ ਨਾ, ਉਸ ਸਮੇਂ ਵਾਈਬ੍ਰੇਸ਼ਨਸ ਪੈਦਾ ਹੁੰਦੀਆਂ, ਵਾਈਬ੍ਰੇਸ਼ਨਸ ਆਰ ਪ੍ਰੋਡਿਊਸਡ, ਰਾਈਟ। ਸੋ ਦਿਸ ਇਜ਼ ਦੀ ਆਊਟਰ ਈਅਰ, ਦੀ ਪਿੰਨਾ ਐਂਡ ਦੀ ਐਕਸਟਰਨਲ ਆਡੀਟਰੀ ਮੀਟਰਸ। ਟਿੰਪੈਨਿਕ ਮੈਂਬਰੇਨ ਹੈ ਜਿਹੜੀ ਆਪਾਂ ਕਰਦੇ ਹਾਂ, ਇਟ ਇਜ਼ ਦੀ ਪਾਰਟ ਆਫ ਦੀ ਮਿਡਲ ਈਅਰ, ਪਰ ਇਹ ਦੋਨਾਂ ਦੇ ਵਿੱਚ ਵਿਚਾਲੇ ਦੋਨਾਂ ਨੂੰ ਜੋੜਦੀ ਹੈ। ਇੱਕ ਪਾਸੇ ਟਿੰਪੈਨਿਕ ਮੈਂਬਰੇਨ ਦੇ ਆਊਟਰ ਈਅਰ ਹੈ ਅਤੇ ਦੂਸਰੇ ਪਾਸੇ ਮਿਡਲ ਈਅਰ ਹੈ, ਰਾਈਟ। ਸੋ ਲੈਟਸ ਟਾਕ ਅਬਾਊਟ ਦੀ ਮਿਡਲ ਈਅਰ ਨਾਓ। ਮਿਡਲ ਈਅਰ ਦਾ ਕੀ ਕੰਮ ਹੈ? ਆਊਟਰ ਈਅਰ ਦਾ ਕੰਮ ਸੀ ਕੈਚ ਕਰਨੀਆਂ ਸਾਊਂਡ ਵੇਵਸ, ਰਿਸੀਵ ਕਰਨੀਆਂ। ਮਿਡਲ ਈਅਰ ਦਾ ਕੰਮ ਹੈ ਉਹਨੂੰ ਐਂਪਲੀਫਾਈ ਕਰਨਾ, ਠੀਕ ਹੈ। ਵਾਈਬ੍ਰੇਸ਼ਨਸ ਪ੍ਰੋਡਿਊਸ ਹੁੰਦੀਆਂ, ਉਹਨਾਂ ਨੂੰ ਐਂਪਲੀਫਾਈ ਕਰਨਾ। ਮਿਡਲ ਈਅਰ ਕਿੱਥੋਂ ਸ਼ੁਰੂ ਹੁੰਦਾ? ਐਟ ਦੀ ਟਿੰਪੈਨਿਕ ਮੈਂਬਰੇਨ। ਆਈ ਆਲਰੇਡੀ ਟੋਲਡ ਯੂ, ਟਿੰਪੈਨਿਕ ਮੈਂਬਰੇਨ 'ਤੇ ਮਿਡਲ ਈਅਰ ਸ਼ੁਰੂ ਹੁੰਦਾ ਅਤੇ ਖ਼ਤਮ ਕਿੱਥੇ ਹੁੰਦਾ? ਓਵਲ ਵਿੰਡੋ ਦੇ ਰਾਊਂਡ ਵਿੰਡੋਜ਼, ਠੀਕ ਹੈ। ਇੱਕ ਬੋਨੀ ਸਟਰਕਚਰਸ ਹੈ, ਓਪਨਿੰਗਸ ਹੈ ਵਿਚ ਆਰ ਕਵਰਡ ਬਾਏ ਅ ਮੈਂਬਰੇਨ, ਦੇ ਆਰ ਕੋਲਡ ਐਸ ਓਵਲ ਵਿੰਡੋ ਐਂਡ ਦੀ ਰਾਊਂਡ ਵਿੰਡੋ। ਫਿਰ ਆਪਾਂ ਨੂੰ ਪਤਾ ਹੈ ਜਿਹੜਾ ਮਿਡਲ ਈਅਰ ਹੈ ਇਹਦੇ ਵਿੱਚ ਈਅਰ ਔਸੀਕਲਸ ਹੈ, 3 ਬੋਨਸ ਪਏ ਹੈ, ਵੀ ਨੋ ਦਿਸ। ਜਿਹੜੇ ਉਹ ਬੋਨਸ ਹੈ 3 small bones which lie between the tympanic membrane and the oval window। ਟਿੰਪੈਨਿਕ ਮੈਂਬਰੇਨ ਦੇ ਤੇ ਓਵਲ ਵਿੰਡੋ ਦੇ ਵਿਚਕਾਰ 3 ਬੋਨਸ ਪਏ ਹੈ। ਤਿੰਨਾਂ ਬੋਨਸ ਨੂੰ ਇਕੱਠਿਆਂ ਨੂੰ ਆਪਾਂ ਕਹਿ ਦਿੰਦੇ ਹਾਂ ਔਸੀਕਲ, ਅਤੇ ਉਹਨਾਂ ਦੇ ਬੋਨਸ ਦੇ ਨਾਮ ਕੀ ਹੈ? ਮੈਲੀਅਸ, ਇਨਕਸ ਤੇ ਸਟੇਪਸ। ਮੈਲੀਅਸ, ਇਨਕਸ ਤੇ ਸਟੇਪਸ। ਜਿਹੜਾ ਮੈਲੀਅਸ ਹੈ ਇਹਦੀ ਸ਼ੇਪ ਹੈਮਰ ਵਰਗੀ ਹੈ, ਹਥੌੜੇ ਵਰਗੀ ਹੈ। ਜਿਹੜਾ ਇਨਕਸ ਹੈ ਇਹਦੀ ਸ਼ੇਪ ਐਨਵਿਲ ਵਰਗੀ ਹੈ। ਐਨਵਿਲ ਵੀ ਇੱਕ ਮੈਟਲ ਵਰਕਿੰਗ ਟੂਲ ਹੈ। ਜਿਹੜੇ ਲੁਹਾਰ ਹੁੰਦੇ ਆ ਉਹ ਉੱਤੇ ਰੱਖ ਕੇ ਆਪਦਾ, ਇਹਦੇ ਉੱਤੇ ਰੱਖ ਕੇ ਆਪਦਾ ਜਿਹੜਾ ਹੈ ਠੋਕਦੇ ਆ ਚੀਜ਼ਾਂ, ਦੈਟ ਇਜ਼ ਦੀ ਐਨਵਿਲ। ਸਟੇਪਸ ਸਟਿਰਪ ਸ਼ੇਪ ਹੈ। ਸਟਿਰਪ ਇੱਕ ਲੈਟਿਨ ਵਰਡ ਹੈ ਜਿਹਦਾ ਇੰਗਲਿਸ਼ 'ਚ ਮਤਲਬ ਹੈ ਹੌਰਸ ਸ਼ੂ ਸ਼ੇਪ, ਮਤਲਬ ਜਿਹੋ ਜਿਹਾ ਘੋੜੇ ਦਾ ਪੈਰ ਹੁੰਦਾ ਉਹੋ ਜਿਹੀ ਸ਼ੇਪ ਹੈ। ਤਾਂ ਇਹਨੂੰ ਯਾਦ ਕਰਨ ਲਈ MISHAS, ਮੈਲੀਅਸ, ਇਨਕਸ, ਸਟੇਪਸ, ਹੈਮਰ, ਐਨਵਿਲ, ਸਟਿਰਪ। ਮਤਲਬ ਮੈਲੀਅਸ ਦੀ ਸ਼ੇਪ ਹੈਮਰ ਵਰਗੀ, ਇਨਕਸ ਦੀ ਐਨਵਿਲ ਵਰਗੀ, ਸਟੇਪਸ ਦੀ ਸਟਿਰਪ ਵਰਗੀ। ਸੋ ਇਹਨਾਂ ਦੀ ਅਲੱਗ-ਅਲੱਗ ਸ਼ੇਪ ਹੈ। ਅਤੇ ਕੀ ਹੁੰਦਾ ਬੇਟੇ, ਹੁਣ ਆਪਾਂ ਕਿਹਾ ਵੀ ਆਵਾਜ਼ ਪਿੰਨਾਂ 'ਚੋਂ ਆਈ ਆਡੀਟਰੀ ਕਨਾਲ 'ਚ, ਆਡੀਟਰੀ ਕਨਾਲ 'ਚੋਂ ਆ ਕੇ ਟਿੰਪੈਨੀਅਨ ਮੈਂਬਰੇਨ 'ਤੇ ਹਿੱਟ ਕੀਤੀ, ਡਮ ਡਮ ਹੋਇਆ, ਠੀਕ ਹੈ। ਠਾਠਾ ਮਤਲਬ ਉੱਥੇ ਆ ਕੇ ਆਵਾਜ਼ ਵੱਜੀ ਆਪਣੇ ਈਅਰ ਡਰਮ 'ਤੇ। ਜਿਹੜੇ ਆ 3 ਬੋਨਸ ਹੈ, ਈਅਰ ਔਸੀਕਲ ਦੇ ਬੋਨਸ ਹੈ, ਦੇ ਪ੍ਰੋਡਿਊਸ ਵਾਈਬ੍ਰੇਸ਼ਨ। ਜਦੋਂ ਇਹਨਾਂ 'ਤੇ ਆਉਂਦੀ ਹੈ, ਵੱਜਦੀ ਹੈ, ਤਾਂ ਔਸੀਕਲਸ ਵਾਈਬਰੇਟ ਕਰਦੇ ਹੈ, ਹਿਲਦੇ ਹੈ, ਅਤੇ ਵਾਈਬ੍ਰੇਸ਼ਨਸ ਪ੍ਰੋਡਿਊਸ ਹੁੰਦੀਆਂ। ਵਾਈਬ੍ਰੇਸ਼ਨਸ ਆਰ ਪ੍ਰੋਡਿਊਸਡ। ਅਤੇ ਉਸ ਤੋਂ ਅਗਲਾ ਪਾਰਟ ਹੈ ਸੈਮੀ ਲਿਊਨਰ ਕਨਾਲ, ਇਨਰ ਈਅਰ ਦਾ। ਉੱਥੇ ਅੱਗੇ ਜਿਹੜਾ ਹੈ ਆਪਾਂ ਡਿਸਕਸ ਕਰਦੇ ਹਾਂ, ਚਲਾ ਜਾਊਗਾ। ਕਹਿੰਦਾ ਜਿਹੜੇ ਔਸੀਕਲਸ ਆ ਉਹ ਵਾਈਬਰੇਟ ਕਰਦੇ ਆ ਜਦੋਂ ਟਿੰਪੈਨਿਕ ਮੈਂਬਰੇਨ ਤੋਂ ਅੱਗੇ
ਜਿਹੜਾ ਹੈ ਈਅਰ ਔਸੀਕਲਸ 'ਤੇ ਆ ਕੇ ਆਵਾਜ਼ ਹੈ ਜਿਹੜੀ ਸਾਊਂਡ ਹੈ ਜਿਹੜੀ ਉਹ ਹਿੱਟ ਕਰਦੀ ਹੈ। ਮਿਡਲ ਈਅਰ ਦੇ ਪਾਰਟਸ ਕਰ ਰਹੇ ਹਾਂ ਬੇਟੇ। we have discussed about the tympanic membrane and the ossicles, malleus, incus, stapes. Next part of the middle ear is the oval window. Oval window ਕੀ ਹੈ ਮੈਂ ਤੁਹਾਨੂੰ diagram ਦੇ ਵਿੱਚ ਵੀ ਦਿਖਾਈ ਸੀ। What is the oval window? Let me show you the diagram again. This is the diagram. ਆਪਾਂ ਪਿੰਨਾ ਕਰ ਲਿਆ। ਪਿੰਨਾ ਦਾ ਕੰਮ ਹੈ ਸਾਊਂਡ ਵੇਵਸ ਨੂੰ ਕੈਚ ਕਰਕੇ ਆਡੀਟਰੀ ਕਨਾਲ ਨੂੰ ਦੇਣਾ। ਆਡੀਟਰੀ ਕਨਾਲ ਦਾ ਸਿਰਫ ਕੰਮ ਹੈ ਇਹਨੂੰ ਪਾਸ ਕਰਨਾ। ਇੱਥੇ ਟਿੰਪੈਨਿਕ ਮੈਂਬਰੇਨ ਪਈ ਹੈ ਮਿਡਲ ਈਅਰ ਦੀ। ਇਹ ਆਵਾਜ਼ ਆਈ ਇਨ ਦੀ ਫਾਰਮ ਆਫ ਵੇਵਸ, ਵੇਵਸ ਦੇ ਫਾਰਮ 'ਚ ਆਈ ਢਮ ਢਮ। ਟਿੰਪੈਨਿਕ ਮੈਂਬਰੇਨ ਦੇ ਨਾਲ ਹੀ 3 ਤੁਹਾਡੇ ਬੋਨਸ ਪਏ ਹੈ, ਮੇਲੀਅਸ, ਇਨਕਸ ਤੇ ਸਟੇਪਸ। ਜਦੋਂ ਇੱਥੇ ਆ ਕੇ ਢਮ ਹੋਊਗੀ ਤਾਂ ਇਹ ਵਾਈਬ੍ਰੇਸ਼ਨਸ ਪੈਦਾ ਕਰਨਗੇ। ਦੀ MIS, ਦੀ ਮੇਲੀਅਸ, ਇਨਕਸ ਐਂਡ ਸਟੇਪਸ, ਦੇ ਆਰ ਗੋਇੰਗ ਟੂ ਪ੍ਰੋਡਿਊਸ ਦੀ ਵਾਈਬ੍ਰੇਸ਼ਨਸ। ਜਿਹੜਾ ਸਟੇਪਸ ਹੈ ਆਪਾਂ ਨੂੰ ਪਤਾ ਹੈ, ਠੀਕ ਹੈ, ਉਹ ਓਵਲ ਵਿੰਡੋ ਹੈ ਇੱਥੇ, ਠੀਕ ਹੈ, ਉਹਦੇ ਅੰਦਰ ਪਿਆ ਜਿਹੜਾ ਸਟੇਪਸ ਹੈ। ਵੀ ਆਰ ਟਾਕਿੰਗ ਅਬਾਊਟ ਦੀ ਓਵਲ ਵਿੰਡੋ। ਓਵਲ ਵਿੰਡੋ ਕੀ ਚੀਜ਼ ਹੈ? ਜਿੱਥੇ ਕਹਿੰਦਾ ਟਿੰਪੈਨਿਕ ਮੈਂਬਰੇਨ ਜਿਹੜੀ ਕੈਵਿਟੀ ਹੈ, ਜਿੱਥੇ ਟਿੰਪੈਨਿਕ ਮੈਂਬਰੇਨ ਪਈ ਹੈ, ਜਿਹਦੀ ਉਹਦੀ ਵਾਲ ਹੈ ਨਾ, ਉਹਦੇ 'ਤੇ ਜਦੋਂ ਸਟੇਪ ਵਾਈਬਰੇਟ ਕਰਦਾ ਹੈ, ਇਟ ਮੂਵ ਦੀ ਫਲੂਇਡਸ ਵਿਚ ਆਰ ਪ੍ਰੈਜੈਂਟ ਇਨ ਦੀ ਇਨਰ ਈਅਰ। ਠੀਕ ਹੈ, ਰਾਈਟ। ਅੰਦਰਲੇ ਈਅਰ ਦੇ ਵਿੱਚ ਫਲੂਇਡਸ ਪਏ ਆ, ਫਲੂਇਡ ਭਰਿਆ ਪਿਆ, ਤਾਂ ਉਹ ਫਲੂਇਡ 'ਚ ਵਾਈਬ੍ਰੇਸ਼ਨਸ ਹੁੰਦੀਆਂ। ਦੈਨ ਵੀ ਹੈਵ ਦੀ ਸਟੇਸ਼ਨ ਟਿਊਬ ਔਰ ਦੀ ਆਡੀਟਰੀ ਟਿਊਬਸ। ਆ ਦੇਖੋ ਸਟੇਸ਼ਨ ਟਿਊਬ ਆ ਜਿਹੜੀ ਦਿਖਾਈ ਆ ਔਰੰਜ ਜੇ ਕਲਰ ਦੀ, ਔਰ ਦੀ ਆਡੀਟਰੀ ਟਿਊਬ। ਇਹਦਾ ਕੀ ਕੰਮ ਹੈ? ਇਹ ਬੇਟੇ ਆਪਣੇ ਈਅਰ ਨੂੰ ਆਪਣੇ ਥਰੋਟ ਨਾਲ ਕਨੈਕਟ ਕਰਦੀ ਹੈ, ਆਪਣੇ ਫੇਰੈਂਕਸ ਨਾਲ, ਸੰਗ ਨਾਲ ਕਨੈਕਟ ਕਰਦੀ ਹੈ, ਮਿਡਲ ਈਅਰ ਨੂੰ ਥਰੋਟ ਨਾਲ। ਅਤੇ ਇਹ ਜਿਹੜਾ ਆਪਣਾ ਟਿੰਪੈਨਿਕ ਮੈਂਬਰੇਨ ਹੈ, ਜਿਹੜਾ ਆਪਣਾ ਪੜਦਾ ਹੈ, ਉਹਦੇ ਸੱਜੇ ਪਾਸੇ ਅਤੇ ਖੱਬੇ ਪਾਸੇ, ਮਤਲਬ ਬਾਹਰ ਵਾਲੇ ਪਾਸੇ ਅਤੇ ਅੰਦਰ ਵਾਲੇ ਪਾਸੇ ਇੱਕੋ ਜਿਹਾ ਪ੍ਰੈਸ਼ਰ ਰਵੇ। ਇਹ ਉਹ ਪ੍ਰੈਸ਼ਰ ਮੇਨਟੇਨ ਦੇ ਵਿੱਚ ਹੈਲਪ ਕਰਦੀ ਹੈ ਅਤੇ ਆਪਣਾ ਜਿਹੜਾ ਹੈ ਬੋਡੀ ਦਾ ਬੈਲੈਂਸ ਵੀ ਬਣਿਆ ਰਹਿੰਦਾ। ਟਿੰਪੈਨਿਕ ਸਟੇਸ਼ਨ ਟਿਊਬ, ਸਟੇਸ਼ਨ ਟਿਊਬ ਦਾ ਕੀ ਕੰਮ ਹੈ? ਟਿਊਬ ਕੀ ਹੈ? ਇਟ ਇਜ਼ ਦੈਟ ਟਿਊਬ ਵਿਚ ਕਨੈਕਟਸ ਦੀ ਮਿਡਲ ਈਅਰ ਟੂ ਦੀ ਥਰੋਟ, ਟੂ ਦੀ ਫੇਰੈਂਕਸ। ਅਤੇ ਇਹਦਾ ਕੀ ਕੰਮ ਹੈ ਵੀ ਟਿੰਪੈਨਿਕ ਮੈਂਬਰੇਨ ਪਰਦੇ ਦੇ ਬਾਹਰਲੇ ਪਾਸੇ ਅਤੇ ਪਰਦੇ ਦੇ ਅੰਦਰਲੇ ਪਾਸੇ ਜਿਹੜਾ ਬੈਲੈਂਸ ਹੈ, ਪ੍ਰੈਸ਼ਰ ਹੈ, ਪ੍ਰੈਸ਼ਰ ਦਾ ਜਿਹੜਾ ਬੈਲੈਂਸ ਉਹ ਬਣਿਆ ਰਵੇ। ਜਿਹੜਾ ਸਾਊਂਡ ਦਾ ਪ੍ਰੈਸ਼ਰ ਬਣੀ ਜਾਂਦਾ ਉਹ ਬਰਾਬਰ ਰਵੇ। ਜਦੋਂ ਉਹ ਬਰਾਬਰ ਰਹਿੰਦਾ ਤਾਂ ਆਪਣਾ ਬੈਲੈਂਸ ਵੀ ਬਣਿਆ ਰਹਿੰਦਾ। ਸੋ ਦਿਸ ਇਜ਼ ਦੀ ਸਟੇਸ਼ਨ ਟਿਊਬ ਐਂਡ ਦੀਜ਼ ਆਰ ਦੀ ਪਾਰਟਸ ਆਫ ਦੀ ਮਿਡਲ ਈਅਰ। ਨਾਓ ਆਈ ਕਮ ਟੂ ਦੀ ਇਨਰ ਈਅਰ। ਇਨਰ ਈਅਰ ਦੇ ਵਿੱਚ ਬੇਟੇ ਫਲੂਇਡ ਭਰਿਆ। ਮੈਂ ਆਲਰੇਡੀ ਦੱਸਿਆ ਤੁਹਾਨੂੰ ਵੀ ਬਹੁਤ ਸਾਰਾ ਫਲੂਇਡ ਭਰਿਆ। ਉਸ ਫਲੂਇਡ ਨੂੰ ਕਹਿੰਦੇ ਆ ਲਿਬਰਿੰਥ। ਦੈਟ ਫਲੂਇਡ ਇਜ਼ ਕਾਲਡ ਐਜ਼ ਲਿਬਰਿੰਥ, ਰਾਈਟ। ਜਿਹੜਾ ਉਹ ਲਿਬਰਿੰਥ ਹੈ, ਜਿਹੜਾ ਇਨਰ ਈਅਰ ਹੈ, ਦੈਟ ਇਜ਼ ਫਿਲਡ ਵਿਦ ਦੀ ਫਲੂਇਡ। ਅਤੇ ਜਿਹੜਾ ਉਹ ਲਿਬਰਿੰਥ ਹੈ ਬੇਟੇ, ਜਿਹੜਾ ਉਹ ਪਾਰਟ ਹੈ ਜਿਹਦੇ ਅੰਦਰ ਫਲੂਇਡ ਭਰਿਆ ਹੈ, ਦੈਟ ਇਜ਼ ਕਾਲਡ ਦੀ ਲਿਬਰਿੰਥ। ਐਂਡ ਲਿਬਰਿੰਥ 2 ਤਰ੍ਹਾਂ ਦਾ, ਬੋਨੀ ਲਿਬਰਿੰਥ ਐਂਡ ਮੈਂਬਰੇਨਸ ਲਿਬਰਿੰਥ। ਬੋਨੀ ਮਤਲਬ ਬੋਨਸ ਦਾ ਬਣਿਆ ਬਾਹਰਲਾ, ਅਤੇ ਮੈਂਬਰੇਨਸ ਲਿਬਰਿੰਥ ਜਿਹੜਾ ਅੰਦਰ ਨੂੰ ਹੈ, ਦੈਟ ਇਜ਼ ਮੇਡ ਅਪ ਆਫ ਮੈਂਬਰੇਨਸ। ਜਿਹੜਾ ਬੋਨੀ ਲਿਬਰਿੰਥ ਹੈ ਉਹਦੇ ਅੰਦਰ ਫਲੂਇਡ ਭਰਿਆ, ਦੈਟ ਇਜ਼ ਕਾਲਡ ਦੀ ਪੈਰੀਲਿੰਫ। ਪੈਰੀਮੀਟਰ ਪਤਾ ਨਾ, ਕਿਸੇ ਚੀਜ਼ ਦੀ 4 ਦੀਵਾਰੀ ਕਰਨੀ ਇਜ਼ ਕਾਲਡ ਪੈਰੀਮੀਟਰ। ਤਾਂ ਇਸ ਕਰਕੇ ਜਿਹੜਾ ਬਾਹਰ ਫਲੂਇਡ ਹੈ ਦੈਟ ਇਜ਼ ਦੀ ਪੈਰੀਲਿੰਫ, ਅਤੇ ਜਿਹੜਾ ਅੰਦਰ ਪਿਆ ਫਲੂਇਡ ਦੈਟ ਇਜ਼ ਕਾਲਡ ਦੀ ਐਂਡੋਲਿੰਫ। ਠੀਕ ਹੈ। ਇਨਰ ਈਅਰ ਦਾ ਇੱਕ ਪਾਰਟ ਹੈ ਲਿਬਰਿੰਥ, ਉਹਦੇ ਵਿੱਚ ਫਲੂਇਡ ਭਰਿਆ। ਫਲੂਇਡ 2 ਤਰ੍ਹਾਂ ਦਾ ਹੈ, ਪੈਰੀਲਿੰਫ ਅਤੇ ਐਂਡੋਲਿੰਫ। ਪੈਰੀਲਿੰਫ ਬਾਹਰ ਵਾਲਾ, ਐਂਡੋਲਿੰਫ ਅੰਦਰ ਵਾਲਾ। ਜਿਹੜਾ ਬਾਹਰ ਵਾਲਾ ਹੈ ਉਹਦੇ 'ਚ ਉਹ ਜਿਹੜਾ ਲਿਬਰਿੰਥ ਦਾ ਬਾਹਰਲਾ ਹਿੱਸਾ ਹੈ ਉਹ ਬੋਨੀ ਹੈ, ਅਤੇ ਜਿਹੜਾ ਅੰਦਰਲਾ ਉਹ ਮੈਂਬਰੇਨਸ ਹੈ।
ठीक है। तो ये लेबरिंथ के बेटे 3 पार्ट्स है जोड़े आप डिस्कस करने, वो फ्लूइड भरे तो बारे तो आपको पता लग गया। वो 3 पार्ट्स है। लेबरिंथ हैज़ 3 पार्ट्स, कॉकलिया, semi circular canals and vestibule. Let me once again show you the diagram to make the things clear. This is this part जेड़ा snail वर्गा है, this is the cochlea. राइट। हुण आपां इस पार्ट की गल कर रहे हैं, ये अंदर फ्लूइड भरिया है या ये अंदर होर किहड़ियां-किहड़ियां चीज़ां आपां है वो आपां डिस्कस करते हैं। So the cochlea is the coiled portion of the labyrinth of the inner ear, I would say, and its function is hearing. इहदा की फंक्शन है? Hearing. उस तो बाद आउंदी है semi circular canals. इन्हां दा काम है equilibrium, मीनस बॉडी का बैलेंस मेनटेन करना। फिर आउंदा है वेस्टिबुलर अपरेटस, इहदा काम भी की है इक्विलिब्रियम मेनटेन करना। जिहड़ा वेस्टिकुलर अपरेटस है ना, वेस्टिबुलर अपरेटस, ये 2 चीज़ों का बनता है, 3 सैमी सर्कुलर कनाल्स ते एक ओटोलिथ। ओटोलिथ हैल्प्स इन मेनटेनिंग द बैलेंस ऑफ द बॉडी। कोकलिया जिहड़ा हुंदा ना बेटे, कोकलिया इहदे अंदर बहुत सारे हेयर लाइक स्ट्रक्चर्स होंगे, जिवें क्रिस्टी आपां कीते हैं इन दी माइटोकॉन्ड्रिया, उवें हेयर लाइक स्ट्रक्चर्स होंगे है विच कीप ऑन बीटिंग। वो आए करी जाते, बीट करी जाते एंड दे कैच दी वाइब्रेशनस। जो बीट करते हैं तो कैच दी वाइब्रेशन, दी साउंड वाइब्रेशनस एंड दे हैल्प अस इन हियरिंग। की हुंदा है, पिन्ना तो साउंड आई in a form of a wave, it hits the tympanium, dum dum. 3 ear ossicles है, malleus incus, they produce vibration. They send ਜਿਹੜੀ ਉਹ ਵਾਈਬ੍ਰੇਸ਼ਨ ਪ੍ਰੋਡਿਊਸ ਕੀਤੀ ਮਿਡਲ ਈਅਰ ਦੇ ਵਿੱਚ, ਉਹ ਕਿੱਥੇ ਭੇਜ ਦਿੰਦੇ ਆ? ਟੂ ਦੀ ਸੈਮੀ ਸਰਕੂਲਰ ਕੈਨਾਲਸ। ਅੰਦਰ ਫਲੂਇਡ ਪਿਆ ਐਂਡੋਲਿੰਫ ਫਲੂਇਡ ਪਿਆ। ਇਹ ਫਲੂਇਡ ਜਦੋਂ ਵਾਈਬ੍ਰੇਸ਼ਨ ਆਉਂਦੀ ਹੈ, ਜਿਹੜਾ ਐਂਡੋਲਿੰਫ ਪਿਆ, ਇਟ ਸਟਾਰਟਸ ਮੂਵਿੰਗ, ਦੀ ਫਲੂਇਡ ਹਿੱਲਣ ਲੱਗ ਜਾਂਦਾ ਹੈ ਤੇ ਵਾਈਬ੍ਰੇਸ਼ਨਸ ਪੈਦਾ ਹੁੰਦੀਆਂ ਤੇ ਫਾਈਨਲੀ ਉਹ ਵਾਈਬ੍ਰੇਸ਼ਨਸ ਜਿਹੜੀਆਂ ਦੇ ਰੀਚ ਦੀ ਕੋਕਲੀਆ, ਜਿਹੜਾ ਕੋਇਲਡ ਪੋਰਸ਼ਨ ਹੈ। ਤੇ ਕੋਕਲੀਆ ਦੇ ਅੰਦਰ हेयर लाइक स्ट्रक्चर्स पे है, ठीक है। दे स्टार्ट बीटिंग, बीट करते हैं ड्यू टू वाइब्रेशंस, दे बीट and they catch the vibration and it helps us in hearing. This is what all is happening. ਹੁਣ ਤੁਸੀਂ ਸੁਣਿਆ ਹੋਊਗਾ ਅਬਾਊਟ ਦੀ, ਜਿਵੇਂ ਆਪਾਂ ਕਹਿੰਦੇ ਆ ਵੀ ਆਪਾਂ ਕਿੱਕਲੀ ਪਾਉਂਦੀਆਂ ਕੁੜੀਆਂ ਹੈ ਨਾ, ਹਿਲਦੀਆਂ, ਜਾਂ ਆਪਾਂ ਮੈਰੀ ਗੋ ਰਾਊਂਡ, ਜਿਵੇਂ ਉਹ ਝੂਲੇ ਹੁੰਦੇ ਆ ਗੋਲ ਗੋਲ ਘੁੰਮਣ ਵਾਲੇ, ਤਾਂ ਆਪਾਂ ਨੂੰ ਚੱਕਰ ਆਉਣ ਲੱਗ ਜਾਂਦੇ, ਜਿਵੇਂ ਦਾਲੀ ਕਹਿੰਦੇ ਆਪਾਂ ਵੀ ਦਾਲੀ ਆ ਗਈ, ਸਿਰ ਨੂੰ ਕੁਛ ਹੋਣ ਲੱਗ ਜਾਂਦਾ। ਕਿਉਂ ਹੁੰਦਾ? क्योंकि जोड़ा एंडोलिम्फ है तो पैरीलिम्फ, 2 फ्लूइड्स है अपने ईयर दे विच, मिडल ईयर दे विच, पैरीलिम्फ ते एंडोलिम्फ। ये हिल जाते हैं जो आपां मूव करते हैं तो ये हिल जाते हैं, हिल के ये आपदी पोजीशन लूज कर देंगे हैं। दे गैट मिक्सड, एक दूजे दे नाल मिक्स हो जाते हैं, लूज, एक जगह तो दूजी जगह पर मूव कर जाते हैं, बिकॉज दे आर फ्लूइड्स। सो ਤਾਂ ਕਰਕੇ ਆਪਾਂ ਨੂੰ ਉਹ ਚੱਕਰ ਜਾਂ ਦਾਲੀ ਜਾਂ ਵੋਟ ਐਵਰ ਯੂ ਸੇ ਅਨਈਜ਼ੀਨੈਸ ਹੁੰਦੀ ਹੈ, ਕਿਉਂਕਿ ਐਂਡੋਲਿੰਫ ਐਂਡ ਪੈਰੀਲਿੰਫ ਹਿੱਲ ਜਾਂਦੇ ਆ, ਦੇ ਲੂਜ਼ ਦੇਅਰ ਪੋਜੀਸ਼ਨ। ਸੋ ਦਿਸ ਇਜ਼ ਦੀ ਪੈਰੀਲਿੰਫ ਐਂਡ ਦੀ ਐਂਡੋਲਿੰਫ। ਦੈਨ ਆਈ ਹੈਵ ਟੋਲਡ ਯੂ ਅਬਾਊਟ ਦੀ ਸੈਮੀ ਲਿਊਨਰ ਕਨਾਲਸ। ਮੈਂ ਕਿਹਾ ਵੀ ਇਹ ਇਕੁਲਿਬਰੀਅਮ ਮੇਨਟੇਨ ਕਰਦੇ। ਹੁਣ ਦੇਖੋ ਆਪਣੀਆਂ ਆਈਜ਼ ਕਲੋਜ਼ਡ ਹੈ, ਮੰਨ ਲਓ ਹੁਣ ਮੈਂ रूम के एक पासे बैठी हैं, मैं लास्ट बच्चे कोल जाना है, अगर मैं आपदियां आईज क्लोज करके भी तुरूंगी, ठीक है, मैं डिगदी तो नहीं, आई विल बी एबल टू मेनटेन माई बैलेंस, ठीक है। तो बैलेंस मैं क्यों मेनटेन कर पा रही हैं? बिकॉज ऑफ दी ऑटोलिथ, जिहड़ा ऑटोलिथ पार्ट पिया ईयर दे विच, इनर ईयर दे विच ऑटोलिथ, ठीक है। इट मीनस दी वर्ड ऑटोलिथ मीनस बैलेंस, it gives the static equilibrium and even ਹੁਣ ਮੇਰੀ ਗੱਲ ਸੁਣੋ, ਮੰਨ ਲਓ ਬੱਸ ਚੱਲੀ ਜਾਂਦੀ ਹੈ ਤੇ ਮੈਂ ਬਹਿ ਗਈ ਚੜ੍ਹ ਕੇ ਸੀਟ ਤੇ ਬੱਸ ਦੀ, ਤੇ ਇਹ ਤਾਂ ਨਹੀਂ ਮੈਂ ਦੜਮ ਥੱਲੇ ਵੱਜੂ, ਠੀਕ ਹੈ। ਚਾਹੇ ਮੈਂ ਬੈਠ ਖੜੀ ਹਾਂ
ਤਾਂ ਵੀ ਮੈਨੂੰ ਇਕੁਇਲਿਬਰੀਅਮ 'ਚ ਹੈ, अगर मैं मूवमेंट कर रही हैं फिर भी मैं इक्विलिब्रियम च है। ठीक है जी। हुण मेरे हैड की पोजीशन, नैक की पोजीशन जो है मेरी बॉडी दे विच, दैट इज़ ऑल ड्यू टू दी सैमी ल्यूनर कैनाल्स एंड दी ओटियोलिथ। जिन्ना बॉडी का बैलेंस बन रहा है दैट इज़ ड्यू टू दी सैमी सर्कुलर कैनाल्स। सैमी सर्कुलर कैनाल्स ते ओटियोलिथ का हेयरिंग दे विच कोई काम नहीं, नो रोल, दे डोंट प्ले एनी रोल इन hearing, they just help me to maintain the balance of my body। कॉकलिया का काम आऊगा इन hearing, सैमी सर्कुलर कैनाल्स ते ओटियोलिथ they just help in maintaining the balance of the body। जिहड़ा कॉकलिया है ਇਹਦੇ ਵੀ 3 ਚੈਂਬਰਸ ਹੁੰਦੇ ਆ, ਅਲੱਗ-ਅਲੱਗ ਖਾਨੇ ਆ 3, 2 ਕੋਈ ਕੰਮ ਦੇ ਨਹੀਂ। ਜਿਹੜਾ ਵਿਚਾਲੜਾ ਹੈ ਜਿਵੇਂ ਆ ਕੋਕਲੀਆ ਹੈ ਸਪੋਜ਼, ਇਹਦੇ ਮੰਨ ਲਓ 3 ਖਾਨੇ ਆ, ਆਹ 2 ਮੇਰੇ ਕੋਈ ਕੰਮ ਦੇ ਨਹੀਂ। ਜਿਹੜਾ ਅੰਦਰਲਾ ਖਾਨਾ ਹੈ ਇਹਦੇ ਵਿੱਚ ਪਏ ਹੈ ਔਰਗਨ ਆਫ ਕੋਰਟਾਈ, ਔਰਗਨ ਆਫ ਕੋਰਟਾਈ, ਇਹ ਮੇਰੇ ਕੰਮ ਦਾ ਹੈ। ਇਸ ਵਿੱਚ ਹੇਅਰਸ ਹੁੰਦੇ ਆ, हेयर लाइक स्ट्रक्चर्स होंगे हैं जोड़े मैं थोड़ा दसिया वाइब्रेट करनगे, मूव करनगे। ठीक है, तो मैनू जोड़ा है सुनने दे विच हैल्प करनगे। सो कॉकलिया इज़ दी पार्ट ऑफ दी इनर ईयर विच हैल्प्स इन hearing। सैमी सर्कुलर कैनाल एंड दी ओटियोलिथ इज़ दैट पार्ट ऑफ दी इनर ईयर विच हैल्प्स इन मेनटेनिंग दी बैलेंस ऑफ दी बॉडी। सो कॉकलिया पार्ट है जोड़ा इनर ईयर का, ਉਹਦੇ ਵਿੱਚ 2 ਮੈਂਬਰੇਨਸ है, ਰੈਜ਼ੀਨਰਸ ਐਂਡ ਬੈਸੀਲਰ ਮੈਂਬਰੇਨ। ਇਹ ਮੈਂਬਰੇਨ ਆਪਾਂ ਕਿਹਾ 2 ਤਰ੍ਹਾਂ ਦੇ ਫਲੂਇਡ ਹੈ, ਪੈਰੀਲਿੰਫ ਤੇ ਐਂਡੋਲਿੰਫ। ਪੈਰੀਲਿੰਫ ਬਾਹਰ ਵਾਲਾ, ਠੀਕ ਹੈ, ਜਿਹੜਾ ਬੋਨੀ ਲੇਬਿਰਿੰਥ 'ਚ ਪਿਆ ਹੈ। ਠੀਕ ਹੈ, ਆਪਾਂ ਕਿਹਾ ਜਿਹੜਾ ਲੇਬਿਰਿੰਥ ਹੈ ਉਹ 2 ਤਰ੍ਹਾਂ ਦਾ ਹੈ, ਬੋਨੀ ਤੇ ਮੈਂਬਰੇਨਸ। ਜਿਹੜਾ ਬੋਨੀ ਹੈ ਉਹਦੇ 'ਚ ਪੈਰੀਲਿੰਫ ਭਰਿਆ ਪਿਆ, ਜਿਹੜਾ ਮੈਂਬਰੇਨਸ ਹੈ ਉਹਦੇ ਵਿੱਚ योर एंडोलिम्फ। ठीक है, हुण मैं बाहर वाले की गल कर रही हाँ, पैरीलिम्फ की गल कर रही हाँ, जिहड़ा बोनी लिबरिंथ च पिया। ठीक है, उस पैरीलिम्फ दे विचों 2 मैंबरेन्स निकलदियां, राइसनर्स ते बैसीलर मैंबरेन। ये जो मैंबरेन्स विचों दी टपदियां तां 2 कंपार्टमेंट्स च डिवाइड कर दिंदियां। पैरीलिम्फ नूं 2 हिस्सों च डिवाइड कर दिंदियां। उपरला हिस्सा अपर कंपार्टमेंट एंड दी लोअर कंपार्टमेंट। अपर वाले नूं आपां क्या है स्केला वेस्टिबुलाई ते लोअर वाले नूं आपां क्या स्केला टिम्पिनाई। स्केला वेस्टिबुलाई इट एंड्स एट दी ओवल विंडो एंड स्केला टिम्पिनाई इट एंड्स एट दी राउंड विंडो विच ओपन्स इनटू दी मिडल ईयर। पैरीलिम्फ नूं 2 मैंबरेन्स है जिहड़ियां 2 हिस्सों च वंड दिंदियां, राइसनर्स ते बैसीलर। किहड़े हिस्सों च वंडदियां स्केला वेस्टिबुलाई एंड स्केला टिम्पिनाई। दैन वी हैव दी सैमी ल्यूनर कैनाल्स। 3 कैनाल्स पईयां सैमी ल्यूनर कैनाल्स एंड दीज कैनाल्स दे लाई इन डिफरेंट प्लेन्स एंड एट राइट एंगल्स टू ईच अदर। इन्हां दा काम मैं तुहानूं दसता, नो रोल इन हियरिंग, दे हैल्प इन मेनटेनिंग दी बैलेंस ऑफ दी बॉडी। ठीक है, वेस्टिबुलर अपरेटस भी तुहानूं मैं दसता। वेस्टिबुलर अपरेटस 2 चीज़ां आउंदियां, सैमी सर्कुलर कैनाल्स ते ओटियोलिथ। सो दे हैल्प इन मेनटेनिंग दी इक्विलिब्रियम। नाउ दी ऑर्गन ऑफ कोटाई, आई हैव ऑलरेडी टोल्ड यू, जिहड़ा कॉकलिया है उहदे विच एक स्पैशल ऑर्गन पिया विच इज़ कॉल्ड दी ऑर्गन ऑफ कोटाई। इहदे विच बहुत सारे हेयर सैल्स पए हुंदे आ एंड ये मूव करते हैं जो डिफरेंट फ्रीकुएंसीज़ दियां वाइब्रेशनस आउंदियां। जो वाइब्रेशनस आउंदियां तो उस समय नर्व इंपल्स जनरेट हुंदी है, तो वह नर्व इंपल्स नूं जिहड़ा है कॉकलियर नर्व जिहड़ी मैं दसी सी वो लैके ब्रेन तक जाती है, तो उस तो बाद ब्रेन आपां नूं जिहड़ी है सुन दे विच हैल्प हुंदी है। सो स्टूडेंट्स दिस इज़ दी रूट ऑफ दी साउंड। सब तो पहला साउंड पिन्ना च आउंदी है, उत्थों ऑडिटरी कैनाल च, ते उत्थों
ਜਿਹੜਾ ਹੈ ਈਅਰ ਡਰਮ ਟਿੰਪੈਨਿਕ ਮੈਂਬਰੇਨ ਦੇ ਵਿੱਚ ਜਾਂਦੀ ਹੈ। ਜਿਹੜਾ ਇਹ ਹਿੱਸਾ ਹੈ ਇਹ ਦੋਨਾਂ ਨੂੰ ਆਊਟਰ ਈਅਰ ਨੂੰ ਤੇ ਮਿਡਲ ਈਅਰ ਨੂੰ ਆਪਸ ਵਿੱਚ ਜੋੜਦਾ ਹੈ, ਦੀ ਟਿੰਪੈਨਿਕ ਮੈਂਬਰੇਨ। ਉਸ ਤੋਂ ਬਾਅਦ ਵਾਈਬ੍ਰੇਸ਼ਨਸ ਜਦੋਂ ਆਉਂਦੀਆਂ, ਠੀਕ ਹੈ, ਆਪਾਂ ਦੱਸਿਆ ਟਿੰਪੈਨਿਕ ਮੈਂਬਰੇਨ 'ਤੇ ਆ ਕੇ ਵੱਜਦੀਆਂ, ਅਤੇ ਜਿਹੜੇ 3 ਬੋਨਸ ਹੈ ਮਿਡਲ ਈਅਰ ਦੇ, ਮੇਲਸ ਇਨਕਸਟੇਪਸ, ਜਿਨ੍ਹਾਂ ਨੂੰ ਮੈਂ ਓਸੀਕਲਸ ਕਿਹਾ, ਉਹ ਦੇ ਸਟਾਰਟ ਪ੍ਰੋਡਿਊਸਿੰਗ ਦੀ ਵਾਈਬ੍ਰੇਸ਼ਨਸ। ਉੱਥੋਂ ਜਿਹੜੀਆਂ ਵਾਈਬ੍ਰੇਸ਼ਨਸ ਹੈ ਉਹ ਬੇਟੇ ਜਾਂਦੀਆਂ ਟੂ ਦੀ ਓਵਲ ਵਿੰਡੋ ਵਿਚ ਇਜ਼ ਦੀ ਪਾਰਟ ਆਫ ਦੀ ਮਿਡਲ ਈਅਰ, ਰਾਈਟ। ਉੱਥੋਂ ਬੇਟੇ ਸਕੇਲਸ ਵੈਸਟੀਬੂਲਾਈ ਕੋਲੇ ਜਾਂਦੀ ਹੈ, ਜਿਹੜਾ ਫਲੂਇਡ ਭਰਿਆ ਪਿਆ ਉੱਥੇ ਐਂਡੋਲਿੰਫ, ਦ ਫਲੂਇਡ ਸਟਾਰਟਸ ਮੂਵਿੰਗ ਐਂਡ ਵਾਈਬ੍ਰੇਟਿੰਗ, ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ, ਜਿਹੜੇ ਹੇਅਰਸ ਹੈ ਔਰਗਨ ਆਫ ਕੋਟਾਈ ਕੋਲੇ ਪਏ ਆ ਹੇਅਰਸ, ਉਹਨਾਂ ਦੇ ਉੱਤੇ ਇੱਕ ਮੈਂਬਰੇਨ ਹੈ, ਉਸ ਮੈਂਬਰੇਨ ਦਾ ਨਾਮ ਹੈ ਟੈਕਟੋਰੀਅਲ ਮੈਂਬਰੇਨ। ਉਹ ਮੈਂਬਰੇਨ ਹੈ ਜਿਹੜੀ ਉਹਦੇ 'ਚ ਮੂਵਮੈਂਟਸ ਹੋਣ ਲੱਗ ਜਾਂਦੀਆਂ। ਟੈਕਟੋਰਲ ਮੈਂਬਰੇਨ ਤੋਂ ਵਾਈਬ੍ਰੇਸ਼ਨਸ ਪਹੁੰਚਦੀਆਂ ਕੋਕਲੀਅਰ ਡਕਟ ਔਰਗਨ ਆਫ ਕੋਟਾਈ 'ਚੋਂ ਕੋਕਲੀਅਰ ਨਰਵ ਦੇ ਥਰੂ, ਦੈਟ ਇਜ਼ ਦੀ 8th ਕ੍ਰੇਨੀਅਲ ਨਰਵ ਦੇ ਥਰੂ ਜਿਹੜੇ ਸਿਗਨਲ ਸੀ, ਜਿਹੜੇ ਇੰਪਲਸ ਸੀ, ਇਟ ਰੀਚਿਜ਼ ਦੀ ਬ੍ਰੇਨ, ਅਤੇ ਫਿਰ ਆਪਾਂ ਜਿਹੜੀ ਕੋਈ ਵੀ ਚੀਜ਼ ਹੈ ਉਹਨੂੰ ਸੁਣ ਪਾਉਣੇ ਹੈ। ਸੋ ਆਈ ਹੋਪ ਦੀ ਪਾਰਟਸ ਆਫ ਦੀ ਈਅਰ ਐਂਡ ਦੀ ਰੂਟ ਆਫ ਦੀ ਸਾਊਂਡ from the outer ear to the cochlea is clear.